ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਦੱਸਣਗੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਖਾਲਸਾ ਇੰਸ਼ੋਰੈਂਸ ਏਜੰਸੀ 4082722500 ਫੋਨ ਨੰਬਰ ਹੈ ਜੀ। ਗੁਰਦੀਪ ਸਿੰਘ ਵਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਰਬਜੀਤ ਸਿੰਘ ਚੋਕਰ ਟਰਲਿਕ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਗੈਂਗਸਟਰ ਸੀਗੇ ਨਾਭਾ ਜੇਲ੍ਹ ਦੇ ਵਿੱਚੋਂ ਭੱਜੇ, ਉਹ ਫੜੇ ਗਏ। ਇਹ ਪਿਛਲੇ ਕੁਝ ਦਿਨ ਤੋਂ ਬੜੀ ਵੱਡੀ ਜਿਹੜੀ ਹੈ ਜੀ ਉਥਲ ਪੁਥਲ ਹੋ ਰਹੀ ਹੈ। ਇਹਨੂੰ ਕਈ ਸੰਦਰਭ ਦੇ ਵਿੱਚ ਜਿਹੜਾ ਜੀ ਉਹ ਵੇਖਿਆ ਜਾ ਸਕਦਾ। ਜਿਹੜੇ ਪਹਿਲਾਂ ਪਹੁੰਚ ਤੋਂ ਦੂਰ ਸੀਗੇ ਉਹ ਹੁਣ ਇੱਕਦਮ ਜਿਹੜੀ ਹੈ ਜੀ ਉਹ ਜਾਣਕਾਰੀ ਮਿਲ ਰਹੀ ਹੈ। ਉਹ ਚਾਹੇ ਮਲੇਰਕੋਟਲੇ ਦੇ ਵਿੱਚ ਪੁਲਿਸ ਦੇ ਵੱਲੋਂ ਮਾਰਿਆ ਗਿਆ ਛਾਪਾ ਹੋਵੇ, ਜਿਹਦੇ ਵਿੱਚ ਇੱਕ ਬੇਕਸੂਰ ਬੇਸ਼ੱਕ ਮਾਰਿਆ ਗਿਆ ਜੀ, ਪਰ ਉੱਥੇ ਗੈਂਗਸਟਰ ਲੁਕੇ ਹੋਏ ਸੀਗੇ ਔਰ ਉਹਨਾਂ ਗੈਂਗਸਟਰ ਨੂੰ ਮਖੂ ਦੇ ਵਿੱਚ ਜਿਵੇਂ ਜਾ ਕੇ ਜਿਹੜਾ ਜੀ ਕਾਂਗਰਸੀ ਆਗੂ ਦੇ ਘਰ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ 4 ਜਣਿਆਂ ਨੂੰ। ਤੇ ਉਦੋਂ ਕੁਝ ਘੰਟਿਆਂ ਤੋਂ ਬਾਅਦ ਇੱਕ ਅਹਿਮ ਪ੍ਰਾਪਤੀ ਜਿਹੜੀ ਹੈ ਜੀ ਉਹ ਪੁਲਿਸ ਦੀ ਹੈ। ਜਿਹੜਾ ਗੁਰਪ੍ਰੀਤ ਸਿੰਘ ਸੇਖੋਂ, ਜਿਹੜਾ ਕਿ ਮਾਸਟਰ ਮਾਈਂਡ ਦੱਸਿਆ ਜਾਂਦਾ ਨਾਭਾ ਜੇਲ੍ਹ ਜਿਹੜਾ ਬ੍ਰੇਕ ਹੋਈ ਸੀ ਇਹਦੇ ਵਿੱਚੋਂ, ਉਹਨੂੰ ਤੇ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਜੀ। ਇਹ ਗੁਰਪ੍ਰੀਤ ਸਿੰਘ ਸੇਖੋਂ ਜਿਹੜਾ ਜੀ ਇਹ ਸੁੱਖਾ ਕਾਹਲਵਾਂ ਹੱਤਿਆ ਕਾਂਡ ਦੇ ਵਿੱਚ ਜਿਹੜਾ ਜੀ ਮੇਨ ਲੋੜੀਂਦਾ ਸੀਗਾ। ਔਰ ਪਿਛਲੇ ਦਿਨੀ ਜਦੋਂ ਇਹ ਭੱਜੇ ਨੇ ਨਾਭੇ ਜੇਲ੍ਹ ਦੇ ਵਿੱਚੋਂ, ਇਹ ਜਿਹੜਾ ਜੀ ਭੱਜਿਆ ਸੀਗਾ ਔਰ ਇੱਕ ਪ੍ਰਵਾਸੀ ਪੰਜਾਬੀ ਦੀ ਕੋਠੀ ਦੇ ਵਿੱਚੋਂ ਜਿਹੜਾ ਜੀ ਇਹਨੂੰ ਗ੍ਰਿਫਤਾਰ ਕੀਤਾ ਗਿਆ। ਢੁੱਡੀ ਕੇ ਪਿੰਡ ਦੇ ਵਿੱਚ ਜਿਹੜਾ ਛਾਪਾ ਸੀਗਾ ਜੀ ਪੁਲਿਸ ਨੇ ਮਾਰਿਆ ਔਰ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਜਿਹੜੀ ਪੁਲਿਸ ਸੀਗੀ ਉਹਨੇ ਲੋਕਾਂ ਨੂੰ ਬਾਰੀਆਂ ਵਗੈਰਾ ਬੰਦ ਕਰਨ ਦੇ ਵਾਸਤੇ ਕਿਹਾ। ਕੋਈ 10-15 ਮਿੰਟ ਗੋਲੀ ਜਿਹੜੀ ਆ ਜੀ ਉਹ ਚੱਲੀ ਆ। ਵੈਸੇ ਗੋਲੀ ਜਿਹੜੀ ਚੱਲੀ ਆ ਉਹਦੇ ਵਿੱਚ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਦੀ ਕੋਈ ਖਬਰ ਜਿਹੜੀ ਉਹ ਨਹੀਂ ਹੈਗੀ। ਪਟਿਆਲੇ ਦੀ ਪੁਲਿਸ ਜਿਹੜੀ ਆ ਜੀ ਉਹਨੇ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕਰ ਲਿਆ, 4 ਜਾਣਿਆਂ ਨੂੰ, ਔਰ ਇਹਨਾਂ ਤੋਂ ਪੁੱਛਗਿੱਛ ਜਿਹੜੀ ਹੈ ਜੀ ਇੱਥੇ ਪਟਿਆਲੇ ਲਿਆ ਕੇ CI ਸਟਾਫ ਦੇ ਵਿੱਚ ਜਿਹੜੀ ਉਹ ਕੀਤੀ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਗੁਰਪ੍ਰੀਤ ਸਿੰਘ ਸੇਖੋਂ ਐਕਚੁਅਲੀ ਮੱਧ ਪ੍ਰਦੇਸ਼ ਤੋਂ ਆਇਆ ਔਰ ਕਿਸੇ ਫਰਜ਼ੀ ਪਾਸਪੋਰਟ ਉਹਨੇ ਬਣਾ ਲਿਆ ਸੀਗਾ ਤੇ ਉਸੇ ਚੱਕਰ ਦੇ ਵਿੱਚ ਹੀ ਉਹ ਬਾਹਰ ਨਿਕਲ ਜਾਣ ਦੀ ਤਾਕ ਦੇ ਵਿੱਚ ਸੀਗਾ। ਕਿਸੇ ਕੋਈ ਫੋਨ ਨੰਬਰ ਜਿਹੜਾ ਜੀ ਪੁਲਿਸ ਦੇ ਹੱਥ ਲੱਗਿਆ ਦੱਸੀਦਾ, ਜਿਹਦੇ ਤੋਂ ਉਹਨਾਂ ਨੇ ਟਰੇਸ ਜਿਹੜਾ ਸੀਗਾ ਇਹਨੂੰ ਕਰ ਲਿਆ। ਪਟਿਆਲੇ ਦੀ ਪੁਲਿਸ ਨੇ ਇੰਨਾ ਗੁਪਤ ਰੱਖਿਆ ਇਹਨੂੰ ਜੀ ਕਿ ਮੋਗੇ ਦੀ ਪੁਲਿਸ ਜਿਹੜੀ ਸੀ ਉਹਨੂੰ ਵੀ ਨਹੀਂ ਦੱਸਿਆ। ਉਹਨੂੰ ਵੀ ਬਾਅਦ ਦੇ ਵਿੱਚ ਜਿਹੜਾ ਜੀ ਉਹ ਪਤਾ ਲੱਗਿਆ ਕਿ ਢੁੱਡੀਕਿਆਂ ਦੇ ਵਿੱਚ ਆਹ ਕੁਝ ਜਿਹੜਾ ਜੀ ਉਹ ਹੋ ਗਿਆ। ਪੁਲਿਸ ਨੇ ਇਹਨਾਂ ਤੋਂ 2 ਗੱਡੀਆਂ ਬਰਾਮਦ ਕੀਤੀਆਂ ਨੇ ਔਰ ਹਥਿਆਰ ਜਿਹੜੇ ਨੇ ਉਹ ਵੀ ਬਰਾਮਦ ਕੀਤੇ ਨੇ। ਆਫੀਸ਼ੀਅਲੀ ਤੌਰ ਦੇ ਉੱਤੇ ਅਜੇ ਪੁਲਿਸ ਨੇ ਕੋਈ ਪ੍ਰੈਸ ਰਿਲੀਜ਼ ਜਿਹੜੀ ਹੈ ਜੀ ਉਹ ਨਹੀਂ ਕੀਤੀ। ਉਮੀਦ ਹੈ ਕਿ ਅੱਜ ਪਟਿਆਲੇ ਦੀ ਪੁਲਿਸ ਜਿਹੜੀ ਹੈ ਜੀ ਉਹ ਇਹਦੇ ਸੰਬੰਧੀ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਕਰਕੇ ਇਹਦੀ ਪੂਰੀ ਡਿਟੇਲ ਦੇ ਸਕਦੀ ਹੈ ਕਿ ਕਿਵੇਂ ਹੋਇਆ ਇਹ ਸਾਰਾ ਕੁਝ, ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਫੜੇ ਗਏ। ਚੰਗੀ ਗੱਲ ਹੈ, ਪੁਲਿਸ ਦੀ ਜਿਹੜੀ ਹੈ ਜੀ ਇਹ ਪ੍ਰਾਪਤੀ ਕਹੀ ਜਾ ਸਕਦੀ ਹੈ, ਪਰ ਇੰਨਾ ਜ਼ਰੂਰ ਹੈ ਜੀ ਕਿ ਸਵਾਲ ਤਾਂ ਕੁਝ ਜਿਹੜੇ ਉਹ ਖੜੇ ਹੋ ਹੀ ਰਹੇ ਨੇ ਜੀ ਕਿ ਪਹਿਲਾਂ ਚੁੱਪ ਚਾਂ ਕਿਉਂ ਤੇ ਇੱਕਦਮ ਕਿਵੇਂ ਜਿਹੜਾ ਜੀ ਸਾਰਾ ਕੁਝ ਸਾਹਮਣੇ ਆ ਗਿਆ। ਬਿਲਕੁਲ ਜੀ, ਪੁਲਿਸ ਦੇ ਵੀ ਕਈ ਵਾਰੀ ਹੱਥ ਬੰਨੇ ਹੁੰਦੇ ਆ, ਇਸ ਕਰਕੇ ਹੁਣ ਰਾਜ ਨੇ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜੇ ਡੇਰੇ ਗਏ ਸੀਗੇ ਜੀ ਅਕਾਲੀ, ਜਿਨ੍ਹਾਂ ਨੇ ਵੋਟਾਂ ਮੰਗੀਆਂ ਸੀਗੀਆਂ, ਉਹਨਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਦੂਰ ਰੱਖਿਆ ਜਾਊਗਾ। ਬਿਲਕੁਲ ਜੀ, ਐਕਚੁਅਲੀ ਇਹਦੇ ਸੰਬੰਧੀ ਜਿਹੜਾ ਜੀ ਅਕਾਲੀ ਦਲ ਆਪਾਂ ਲਗਾਤਾਰ ਜਿਹੜਾ ਜੀ ਉਹ ਸਾਂਝਾ ਕਰਦੇ ਆਏ ਹਾਂ ਕਿ ਅਕਾਲੀ ਦਲ ਜਿਹੜਾ ਜੀ ਉਹ ਬੜਾ ਕੁੜਿੱਕੀ ਦੇ ਵਿੱਚ ਜਿਹੜਾ ਉਹ ਫਸਿਆ ਹੋਇਆ ਇਸ ਮਸਲੇ ਦੇ ਉੱਤੇ। ਜਿਹੜੇ ਕੁਝ ਅਕਾਲੀ ਦਲ ਵਾਲੇ ਨੇ ਜੀ ਉਹ ਬੜੇ ਇਤਰਾਜ਼ ਕਰ ਰਹੇ ਨੇ ਕਿ ਇਹ ਕਮੇਟੀ ਜਿਹੜੀ ਹੈ ਜੀ ਉਹ ਕਿਉਂ ਬਣਾਈ ਗਈ ਆ। ਉਹ ਇਹ ਕਹਿੰਦੇ ਆ ਕਿ ਇਹ ਜਿਹੜੀ ਕਮੇਟੀ ਆ ਨਹੀਂ ਸੀ ਬਣਾਈ ਜਾਣੀ ਚਾਹੀਦੀ, ਇਹ ਕਾਹਲੀ ਕੀਤੀ ਜਿਹੜੀ ਆ ਜੀ ਉਹ ਕਹਿੰਦੇ ਆ ਕਿ ਕਾਹਲੀ ਕਰਕੇ ਜਿਹੜੀ ਹੈ ਕਮੇਟੀ ਬਣਾ ਲਈ ਹੈ। ਭਾਵ ਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਤੋਂ ਬਚਿਆ ਜਾ ਸਕਦਾ। ਕੁਝ ਜਿਹੜੇ ਅਕਾਲੀ ਆਗੂ ਨੇ ਉਹ ਇਹ ਵੀ ਕਹਿੰਦੇ ਨੇ ਕਿ ਇਹ ਜਿਹੜਾ ਜੀ ਇਹਦੇ ਨਾਲ ਛੇਤੀ ਫੈਸਲਾ ਹੋ ਜਾਣਾ ਚਾਹੀਦਾ, ਛੇਤੀ ਅਕਾਲ ਤਖਤ ਦੇ ਉੱਤੇ ਜਿਹੜੀ ਆ ਜੀ ਉਹ ਪੇਸ਼ੀ ਹੋ ਜਾਣੀ ਚਾਹੀਦੀ ਹੈ। ਕੁਝ ਅਕਾਲੀ ਆਗੂ ਜਿਹੜੇ ਆ ਜੀ ਉਹ ਇਹ ਵੀ ਕਹਿੰਦੇ ਆ। ਕੁਝ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਇਹਨੂੰ ਕਿਸੇ ਤਰੀਕੇ ਦੇ ਨਾਲ ਟਾਲਿਆ ਜਾਵੇ।
ਕੁਛ ਸਮੇਂ ਦੇ ਵਾਸਤੇ। ਟਾਲਣ ਦਾ ਰੀਜ਼ਨ ਜਿਹੜਾ ਜੀ ਉਹ ਇਹ ਕਹਿੰਦੇ ਆ ਕਿ ਜਿੰਨਾ ਲੰਮਾ ਸਮਾਂ ਜਿਹੜਾ ਜੀ ਉਹ ਪੈ ਜਾਊਗਾ, ਉਹਨਾਂ ਇਹਦੇ ਨਾਲ ਇਹ ਹੋਊਗਾ ਕਿ ਲੋਕਾਂ ਨੂੰ ਭੁੱਲ ਭੁਲਾ ਜਿਹੜਾ ਜੀ ਉਹ ਜਾਊਗਾ। ਹੁਣ ਭੁੱਲਦਾ ਲੋਕਾਂ ਨੂੰ ਜਾਂ ਨਹੀਂ, ਇਹ ਤਾਂ ਲੋਕਾਂ ਦੇ ਉੱਤੇ ਜਿਹੜਾ ਜੀ ਉਹ ਡਿਪੈਂਡ ਆ। ਇਹ ਕਿਹਾ ਜਾ ਰਿਹਾ ਜੀ ਕਿ ਅਕਾਲੀ ਦਲ ਦੀ ਤਰਫੋਂ ਜਿਹੜੀਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਨੇ, ਉੱਥੇ ਇਹਨਾਂ ਅਕਾਲੀ ਆਗੂਆਂ ਨੂੰ ਨਹੀਂ ਭੇਜਿਆ ਜਾ ਰਿਹਾ। ਪਿਛਲੀਆਂ ਜਿਹੜੀਆਂ ਚੋਣਾਂ ਸੀਗੀਆਂ, ਸਭ ਨੂੰ ਯਾਦ ਹੋਣਾ, ਇੱਕ ਇੱਕ ਹਲਕੇ ਦੇ ਵਿੱਚ 2-2 3-3 ਮੰਤਰੀ ਜਿਹੜੇ ਜੀ ਉਹ ਬਿਠਾਏ ਹੋਏ ਸੀਗੇ ਅਕਾਲੀ ਦਲ ਨੇ, ਤਾਂ ਕਿ ਉੱਥੇ ਜਿਹੜੀਆਂ ਵੋਟਾਂ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਇਸ ਤਰ੍ਹਾਂ ਦਾ ਇਸ ਵਾਰੀ ਜਿਹੜਾ ਜੀ ਉਹ ਕੁਝ ਬਹੁਤਾ ਦੀਂਦਾ ਨਹੀਂ ਆ, ਭਾਵ ਕਿ ਉੱਥੇ ਲੱਗ ਨਹੀਂ ਰਿਹਾ ਕਿ ਜਿਹੜਾ ਜੀ ਇਸ ਵਾਰੀ ਇਹ ਅਕਾਲੀ ਆਗੂ ਜਿਹੜੇ ਨੇ ਜੀ ਉਹ ਜਾਣਗੇ। ਉਹਦਾ ਕਾਰਨ ਇਹੀ ਹੈ ਜੀ ਕਿ ਲੋਕਾਂ ਦੇ ਵਿੱਚ ਰੋਹ ਆ ਬਹੁਤ ਵੱਡਾ ਜੀ ਇਹਨਾਂ ਅਕਾਲੀ ਆਗੂਆਂ ਦਾ। ਜਿਹੜੇ 22 ਸਿੱਖ ਆਗੂ ਨੇ, ਉਹਨਾਂ ਨੇ ਹੁਕਮਨਾਮੇ ਦੀ ਉਲੰਘਣਾ ਜਿਹੜੀ ਆ ਉਹ ਕੀਤੀ ਦੱਸੀ ਦੀ ਆ। ਇਹਨਾਂ ਨੂੰ ਸੱਦਿਆ ਜਾ ਸਕਦਾ ਕਦੋਂ, ਲੱਗਦਾ ਨਹੀਂ ਕਿ 26 ਤੋਂ ਪਹਿਲਾਂ ਸੱਦਿਆ ਜਾਊਗਾ, 26 ਤੋਂ ਬਾਅਦ ਜਿਹੜਾ ਜੀ ਉਹ ਸੱਦਿਆ ਜਾ ਸਕਦਾ। ਕੁਝ ਅਕਾਲੀ ਆਗੂ ਜਿਹੜੇ ਨੇ ਉਹ ਹੁਣ ਇਹਨੂੰ ਕੋਸ਼ਿਸ਼ ਇਹ ਕਰ ਰਹੇ ਆ ਕਿ ਜੇ ਸੱਦਣਾ ਹੀ ਆ ਅਕਾਲ ਤਖਤ ਦੇ ਉੱਤੇ, ਤਾਂ ਇਹਦੇ ਵਿੱਚ ਕਾਂਗਰਸੀ ਜਿਹੜੇ ਨੇ ਉਹ ਵੀ ਸੱਦੇ ਜਾਣ, ਤੇ ਜੇ ਆਮ ਆਦਮੀ ਪਾਰਟੀ ਵਾਲੇ ਕੋਈ ਗਏ ਆ ਉਹਨਾਂ ਨੂੰ ਵੀ ਸੱਦਿਆ ਜਾਵੇ, ਤਾਂ ਕਿ ਉਹਨਾਂ ਨੂੰ ਇਉਂ ਲੱਗੇ ਕਿ ਅਸੀਂ ਜੀ ਇਕੱਲੇ ਨਹੀਂ ਹੈਗੇ। ਪਰ ਜਿਹੜੀ ਸਭ ਤੋਂ ਵੱਡੀ ਮੁਸੀਬਤ ਇਹਨਾਂ ਦੇ ਵਾਸਤੇ ਬਣ ਰਹੀ ਹੈ ਨਾ ਜੀ, ਉਹ ਬਣ ਰਹੀ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਵੀਡੀਓ ਆ, ਜਿਹਦੇ ਵਿੱਚ ਜੀਤ ਮਹਿੰਦਰ ਸਿੰਘ ਸਿੱਧੂ ਹੋਰੀ ਸਾਰੇ ਜਿਹੜੇ ਅਕਾਲੀ ਆਗੂ ਨੇ, ਜਿਹੜੇ ਜਨਮੇਜਾ ਸਿੰਘ ਸੇਖੋ, ਸਿਕੰਦਰ ਸਿੰਘ ਮਲੂਕਾ ਤੇ ਬਾਕੀ ਜਿਹੜੇ ਬੈਠੇ ਨੇ, ਉਹਨਾਂ ਤੋਂ ਹੱਥ ਖੜੇ ਕਰਾ ਕੇ ਇਹ ਨਾਅਰਾ ਲਵਾ ਰਹੇ ਨੇ, ਧੰਨ ਧੰਨ ਸਤਿਗੁਰੂ ਤੇਰਾ ਆਸਰਾ। ਤੇ ਨਾਲ ਦੀ ਨਾਲ ਇਹ ਵੀ ਐਲਾਨ ਕਰ ਰਹੇ ਆ ਕਿ ਜੇ ਸਾਡੀ ਸਰਕਾਰ ਬਣ ਗਈ, ਅਸੀਂ ਤੁਹਾਡਾ ਨਾਮ ਚਰਚਾ ਜਿਹੜਾ ਜੀ ਉਹ ਪਿੰਡ ਪਿੰਡ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਕਰਾਵਾਂਗੇ। ਇਹ ਮੁਸੀਬਤ ਜਿਹੜੀ ਹੈ ਜੀ ਉਹ ਜ਼ਰੂਰ ਬਣ ਰਹੀ ਹੈ ਅਕਾਲੀ ਦਲ ਦੇ ਵਾਸਤੇ, ਔਰ ਇੱਕ ਵੱਡੀ ਸਿਰਦਰਦੀ ਜਿਹੜੀ ਹੈ ਜੀ ਖੜੀ ਹੋ ਰਹੀ ਆ। ਜਿਹੜੇ ਵਡੇਰੀ ਉਮਰ ਦੇ ਅਕਾਲੀ ਨੇ ਜੀ, ਉਹ ਇਹ ਕਹਿੰਦੇ ਆ ਕਿ ਸਰਸੇ ਵਾਲੀ ਜਿਹੜੀ ਕਹਾਣੀ ਹੈ ਜੀ, ਇਹ ਬਹੁਤ ਮਹਿੰਗੀ ਪੈਣੀ ਆ ਅਕਾਲੀ ਦਲ ਨੂੰ, ਕੋਈ ਅੱਜ ਕੱਲ੍ਹ ਨਹੀਂ ਬਲਕਿ ਲੰਮੇ ਟਾਈਮ ਦੇ ਵਾਸਤੇ। ਕੁਝ ਤਾਂ ਜਿਹੜੇ ਜੀ ਜਾਣਕਾਰ ਉਹ ਇਹ ਵੀ ਗੱਲ ਕਹਿੰਦੇ ਆ ਕਿ ਇਹ ਜਿਹੜੀ ਹੈ ਜੀ ਐਡੀ ਲੰਮੀ ਜਿਹੜੀ ਉਹ ਪੈ ਸਕਦੀ ਹੈ ਕਿ ਸਿਆਸੀ ਤੌਰ ਦੇ ਉੱਤੇ ਹੋਣ ਵਾਲਾ ਨੁਕਸਾਨ ਅਕਾਲੀ ਦਲ ਨੇ ਅਣਕਿਆਸਿਆ ਹੋਊਗਾ ਜੀ, ਔਰ ਉਹਨਾਂ ਨੂੰ ਸ਼ਾਇਦ ਇਹ ਸੋਚ ਵੀ ਨਹੀਂ ਹੋਣੀ ਕਿ ਕਿੱਡਾ ਕੁ ਵੱਡਾ ਨੁਕਸਾਨ ਜਿਹੜਾ ਜੀ ਉਹ ਅਕਾਲੀ ਦਲ ਦਾ ਇਹਦੇ ਨਾਲ ਹੋ ਗਿਆ। ਔਰ ਖਾਸ ਤੌਰ ਦੇ ਉੱਤੇ ਕਿਹਾ ਜਾ ਰਿਹਾ ਕਿ ਅਕਾਲੀ ਦਲ ਬਾਦਲ ਦੀ ਹੋਂਦ ਜਿਹੜੀ ਹੈ ਜੀ ਉਹਨੂੰ ਖਤਰਾ ਖੜਾ ਹੋ ਗਿਆ ਇਸ ਸਭ ਕਾਸੇ ਤੋਂ ਬਾਅਦ। ਬਿਲਕੁਲ ਜੀ, ਬਹੁਤਾ ਨੁਕਸਾਨ ਤਾਂ ਇਹਨੇ ਆਪ ਵੀ ਕੀਤਾ ਆਪਣਾ ਤੇ ਸਾਰੀ ਕੌਮ ਦਾ ਵੀ ਕੀਤਾ। ਤੇ ਅੱਗੇ ਪੰਜਾਬ ਦੀ ਗੱਲ ਕਰੀਏ, ਜਿਸ ਤਰ੍ਹਾਂ ਨਸ਼ੇ ਦੀ ਗੱਲ ਹੁੰਦੀ ਆ, ਤੇ ਨਸ਼ਿਆਂ ਦਾ ਕਹਿਰ ਹੋਰ ਵਧਿਆ ਪੰਜਾਬ ਦੇ ਵਿੱਚ। ਬੇਸ਼ੱਕ ਜਦੋਂ ਪਿਛਲੀ ਸਰਕਾਰ ਸੀਗੀ ਜੀ, ਉਹਨੇ ਤਾਂ ਜੋ ਕੁਛ ਕੀਤਾ, ਜਿਹੜੇ ਤਰੀਕੇ ਦੇ ਨਾਲ ਕੀਤਾ, ਇਹਨੂੰ ਦੱਬਣ ਦੀ ਕੋਸ਼ਿਸ਼ ਕੀਤੀ। ਮੇਰਾ ਖਿਆਲ ਕਿਸੇ ਤੋਂ ਲੁਕਿਆ ਛਿਪਿਆ ਤਾਂ ਜਿਹੜਾ ਜੀ ਉਹ ਹੈ ਨੀਗਾ। ਤੋ ਉਹਨਾਂ ਨੇ ਹਰ ਜਿਹੜੀ ਕੋਸ਼ਿਸ਼ ਸੀਗੀ ਉਹ ਕੀਤੀ ਕਿ ਇਹ ਪਤਾ ਨਾ ਲੱਗੇ। ਜਿਹੜੀਆਂ ਵੀ ਰਿਪੋਰਟਾਂ ਜਿਹੜੀਆਂ ਉਹ ਸਾਹਮਣੇ ਲਿਆਂਦੀਆਂ ਗਈਆਂ, ਤੇ ਆਹ ਦੇਖੋ ਜੀ, ਆਹ ਦੇਖੋ, ਅਸੀਂ ਇੱਥੇ ਜਿਹੜਾ ਜੀ ਨਸ਼ਿਆਂ ਦੇ ਵਾਸਤੇ ਟੈਸਟ ਜਿਹੜੇ ਆ ਉਹ ਕਰਵਾਏ ਆ, ਤੇ ਇਹ ਚੀਜ਼ਾਂ ਜਿਹੜੀਆਂ ਦੀ ਕੰਮ ਨਹੀਂ ਆਈਆਂ। ਹੁਣ ਜਿਹੜੀਆਂ ਰਿਪੋਰਟਾਂ ਨੇ ਜਿਹੜੀਆਂ ਉਹ ਬਿਲਕੁਲ ਵੱਖਰੀਆਂ ਆ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਰਵਾਇਤੀ ਨਸ਼ਿਆਂ ਅਫੀਮ, ਗਾਂਜਾ, ਭੁੱਕੀ, ਭੰਗ ਦੀ ਥਾਂ ਹੁਣ ਨਸ਼ੀਲੀਆਂ ਗੋਲੀਆਂ, ਟੀਕੇ, ਕੈਪਸੂਲਾਂ ਦਾ ਪ੍ਰਕੋਪ ਜਿਹੜਾ ਜੀ ਉਹ ਫੈਲ ਰਿਹਾ। ਸਭ ਤੋਂ ਮਹਿੰਗੀ ਡਰੱਗ ਕੋਕੀਨ ਜਿਹੜੀ ਹੈ ਜੀ, ਉਹਨੇ ਵੀ ਦਸਤਕ ਪੰਜਾਬ ਦੇ ਵਿੱਚ ਦੇ ਦਿੱਤੀ ਹੈ। ਪੰਜਾਬ ਪੁਲਿਸ ਦੇ ਅੰਕੜਿਆਂ ਦੇ ਅਨੁਸਾਰ ਪਿਛਲੇ ਵਰੇ NDPS ਐਕਟ ਦੇ ਤਹਿਤ 5300 ਕੇਸ ਦਰਜ ਕਰਕੇ 6300 ਮੁਲਜ਼ਮ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਆ। ਰਵਾਇਤੀ ਨਸ਼ਿਆਂ ਦੀ ਥਾਂ ਦੇ ਉੱਤੇ ਨਸ਼ੀਲੇ ਟੀਕਿਆਂ, ਗੋਲੀਆਂ ਤੇ ਕੈਪਸੂਲਾਂ ਦੀ ਬਰਾਮਦਗੀ ਜਿਹੜੀ ਆ ਉਹ ਵਧੀ ਆ। ਦੂਜੇ ਪਾਸੇ ਸੂਬੇ ਦੇ ਵਿੱਚ ਹੁਣ ਨਸ਼ੀਲੀਆਂ ਦਵਾਈਆਂ ਨੂੰ ਵਿਆਪਕ ਪੱਧਰ ਤੇ ਨਸ਼ੇ ਦੀ ਥਾਂ ਵਰਤਿਆ ਜਾ ਰਿਹਾ। ਪ੍ਰਾਪਤ ਅੰਕੜਿਆਂ ਦੇ ਅਨੁਸਾਰ ਪੁਲਿਸ ਨੇ ਪਿਛਲੇ ਵਰੇ 28 ਲੱਖ ਤੇ 60,000 ਦੇ ਕਰੀਬ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਜਿਹੜੇ ਆ ਉਹ ਬਰਾਮਦ ਕੀਤੇ ਆ, ਜਿਹੜੇ ਕਿ ਸਾਲ 15 ਤੋਂ ਲੈ ਕੇ 6.5 ਲੱਖ ਤੋਂ ਵੱਧ ਨੇ ਜੀ। ਪੁਲਿਸ ਨੇ ਪਿਛਲੇ ਵਰੇ 21,000 ਦੇ ਕਰੀਬ ਨਸ਼ੀਲੇ ਟੀਕੇ ਬਰਾਮਦ ਕੀਤੇ ਸੀ, ਜਦੋਂ ਕਿ ਸਾਲ 2015 ਦੇ ਵਿੱਚ ਸਿਰਫ 16,850 ਟੀਕੇ ਜਿਹੜੇ ਉਹ ਬਰਾਮਦ ਕੀਤੇ ਸੀਗੇ। ਨਾਰਕੋਟਿਕ ਕੰਟਰੋਲ ਬਿਊਰੋ ਦਾਅਵਾ ਇਹ ਕਰ ਚੁੱਕੀ ਹੈ ਜੀ ਕਿ ਸੂਬੇ ਦੇ ਵਿੱਚ ਆਯੁਰਵੈਦਿਕ ਦੀਆਂ ਕਾਮਨੀ ਨਾਮ ਨਾਲ ਜਾਣੀਆਂ ਜਾਂਦੀਆਂ ਗੋਲੀਆਂ ਨੇ ਨਸ਼ੇੜੀ ਇਹਨੂੰ ਫੀਮ ਦੀ ਜਗ੍ਹਾ ਦੇ ਉੱਤੇ ਨਿਗਲ ਰਹੇ ਨੇ, ਕਿਉਂਕਿ ਇਹਨਾਂ ਗੋਲੀਆਂ ਦੇ ਵਿੱਚ 25% ਫੀਮ ਜਿਹੜੀ ਹੈ ਜੀ ਉਹ ਹੁੰਦੀ ਹੈ,
ਡਰੱਗ ਮਾਫੀਆ ਵੱਡੇ ਪੱਧਰ ਦੇ ਉੱਤੇ ਮਿਲੀ ਭੁਗਤ ਕਰਕੇ ਜਿਹੜਾ ਜੀ ਸੀਮਤ ਢੰਗ ਦੇ ਨਾਲ ਵਰਤੀਆਂ ਜਾਣ ਵਾਲੀਆਂ ਇਹਨਾਂ ਗੋਲੀਆਂ ਨੂੰ ਸ਼ਰੇਆਮ ਪਰਚੂਨ ਦੇ ਵਿੱਚ ਵੇਚ ਰਿਹਾ। ਔਰ ਪੰਜਾਬ ਪੁਲਿਸ ਦੇ ਵੱਲੋਂ ਦੂਜੇ ਪਾਸੇ ਪਿਛਲੇ ਵਰੇ 160 ਕਿਲੋ ਭੰਗ ਤੇ 440 ਕਿਲੋ ਦੇ ਕਰੀਬ ਗਾਂਜਾ ਬਰਾਮਦ ਜਿਹੜਾ ਜੀ ਉਹ ਕੀਤਾ ਗਿਆ। 2016 ਦੇ ਦੌਰਾਨ ਭੁੱਕੀ ਵੀ ਸਿਰਫ 21,000 ਕਿਲੋ ਦੇ ਕਰੀਬ ਜਿਹੜੀ ਆ ਉਹ ਬਰਾਮਦ ਕੀਤੀ ਗਈ ਸੀਗੀ ਜੀ। ਇਹ ਜਿੰਨੇ ਕੁ ਇਹ ਸਾਰੇ ਦੇ ਸਾਰੇ ਸਾਹਮਣੇ ਆ ਰਹੇ ਨੇ ਜੀ, ਉਹ ਕਹਾਣੀ ਕੋਈ ਹੋਰ ਹੀ ਕਹਿ ਰਹੇ ਆ। ਜਿਹੜੀ ਕਹਾਣੀ ਜਿਹੜੀ ਖਤਮ ਹੋ ਰਹੀ ਸਰਕਾਰ, ਜਾ ਰਹੀ ਸਰਕਾਰ ਜਿਹੜੀ ਹੈ ਜੀ ਉਹ ਕਹਿੰਦੀ ਰਹੀ ਹੈ, ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਤਾਂ ਜ਼ੋਰ ਹੀ ਇਸ ਗੱਲ ਦੇ ਉੱਤੇ ਜਿਹੜਾ ਲੱਗਿਆ ਰਿਹਾ ਨਾ ਜੀ ਕਿ ਇਹ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ, ਜਾਂ ਡੋਂਟ ਡੀਫੇਮ ਪੰਜਾਬ ਵਾਲਾ ਮੁੱਦਾ ਸਭ ਨੂੰ ਪਤਾ ਕਿ ਕਿੰਨਾ ਜਿਹੜਾ ਜੀ ਉਹ ਚੱਲਦਾ ਰਿਹਾ। ਸੋ ਹੁਣ ਸਵਾਲ ਇਹ ਹੈ ਕਿ ਜਦੋਂ ਇਹ ਅੰਕੜੇ ਆ ਰਹੇ ਨੇ ਤਾਂ ਇਹਨਾਂ ਅੰਕੜਿਆਂ ਦਾ ਜਵਾਬ ਦੇਣ ਦੇ ਵਾਸਤੇ ਸ਼ਾਇਦ ਉਦੋਂ ਤੱਕ ਜਿਹੜੀ ਹੈ ਜੀ ਉਹ ਸਰਕਾਰ ਨਹੀਂ ਰਹੂਗੀ। ਹਾਂ, ਇੰਨਾ ਜ਼ਰੂਰ ਹੈ ਕਿ ਨਵੀਂ ਬਣਨ ਵਾਲੀ ਜਿਹੜੀ ਸਰਕਾਰ ਹੈ ਉਹਦੇ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਜੀ ਇਹ ਚੈਲੰਜ ਹੋਊਗਾ ਕਿ ਪੰਜਾਬ ਦੇ ਵਿੱਚ ਫੈਲ ਚੁੱਕੇ ਜਾਂ ਫੈਲ ਰਹੇ ਜਿਹੜੇ ਨਸ਼ੇ ਨੇ ਉਹਨਾਂ ਨੂੰ ਕੰਟਰੋਲ ਕਿਵੇਂ ਕਰਨਾ ਜੀ। ਜੀ ਜੀ, ਸਾਡੇ ਜਿਹੜੇ ਉਪ ਮੁੱਖ ਮੰਤਰੀ ਆ ਤਾਂ ਕਦੀ ਵੀ ਨਹੀਂ ਮੰਨੇ ਕਿ ਪੰਜਾਬ ਦੇ ਵਿੱਚ ਨਸ਼ਾ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਦੇ ਹਲਕੇ ਦੀ। ਚੋਣਾਂ ਦੇ ਦੌਰਾਨ ਉਹਨਾਂ ਦੇ ਹਲਕੇ ਵਿੱਚ ਜਿਹੜੀ ਬਿਜਲੀ ਆ ਉਸ ਨੂੰ ਬੜੇ ਧੜੱਲੇ ਦੇ ਨਾਲ ਚੋਰੀ ਕੀਤਾ ਗਿਆ। ਸਭ ਕੁਝ ਹੀ ਜਿਹੜਾ ਜੀ ਉਹ ਕੀਤਾ ਗਿਆ, ਕਿੰਨਾ ਕੁਝ ਜਿਹੜਾ ਜੀ ਉਹ ਸਾਹਮਣੇ ਆ ਰਿਹਾ, ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਆਪ ਤਾਂ ਦੇਖੋ ਦੋਨਾਂ ਹੱਥਾਂ ਨਾਲ ਲੁੱਟਿਆ ਹੀ ਆ ਤੇ ਲੋਕਾਂ ਨੂੰ ਵੀ ਲੁੱਟਣ ਦਾ ਪੂਰਾ ਜਿਹੜਾ ਜੀ ਉਹ ਮੌਕਾ ਦਿੱਤਾ। ਮੁੱਖ ਮੰਤਰੀ ਦੇ ਪੰਜਾਬ ਦੇ ਹਲਕੇ ਲੰਬੀ ਦੇ ਵਿੱਚ ਤਕਰੀਬਨ ਇਹ ਕਿਹਾ ਜਾ ਰਿਹਾ ਕਿ ਹਰ ਦੂਜਾ ਘਰ ਪਾਵਰਕੌਮ ਦਾ ਡਿਫਾਲਟਰ ਹੈ। ਪੰਜਾਬ 'ਚ ਹੋਰ ਕਿਸੇ ਹਲਕੇ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਜੀ ਉਹ ਹੈ ਨੀਗਾ। ਬਿਜਲੀ ਚੋਰੀ 'ਚ ਵੀ ਲੰਬੀ ਹਲਕਾ ਪੰਜਾਬ 'ਚੋਂ ਮੋਹਰੀ ਬਣ ਗਿਆ ਜੀ। ਪੰਜਾਬ ਚੋਣਾਂ 'ਚ ਕਾਂਟੇ ਦੀ ਟੱਕਰ ਹੋਣ ਕਰਕੇ ਲੰਬੀ ਦੇ ਲੋਕਾਂ ਨੂੰ ਐਤਕੀ ਬਿਜਲੀ ਚੋਰੀ ਦੀ ਅਣ ਐਲਾਨੀ ਖੁੱਲੀ ਛੁੱਟੀ ਮਿਲੀ ਹੋਈ ਸੀਗੀ ਜੀ। ਚੋਣਾਂ ਕਰਕੇ ਪਾਵਰਕੌਮ ਨੂੰ ਐਤਕੀ ਮਾਲੀ ਰਗੜਾ ਲੱਗਿਆ। ਪਾਵਰਕੌਮ ਦੇ ਫੰਡ ਜਿਹੜੇ ਆ ਜੀ ਉਹ ਫੰਡ ਘਾਟੇ ਸਭ ਤੋਂ ਜ਼ਿਆਦਾ ਇਸੇ ਹਲਕੇ ਦੇ ਨੇ ਜਿਹੜੇ ਬਿਜਲੀ ਚੋਰੀ ਹੋਣ ਦੀ ਗਵਾਹੀ ਭਰਦੇ ਨੇ। ਪਾਵਰਕੌਮ ਦੇ ਅਫਸਰ ਕਹਿੰਦੇ ਨੇ ਕਿ ਉਹਨਾਂ ਦੇ ਤਾਂ ਹੱਥ ਬੰਨੇ ਹੋਏ ਆ। ਪਾਵਰਕੌਮ ਤੋਂ RTI ਤੋਂ ਜਿਹੜੀਆਂ ਮਿਲਣ ਵਾਲੀਆਂ ਡਿਟੇਲ ਨੇ ਉਹਦੇ ਅਨੁਸਾਰ ਜਿਹੜਾ ਜੀ ਹਲਕਾ ਲੰਬੀ ਦੇ 30,821 ਘਰਾਂ 'ਚੋਂ 14,897 ਘਰ ਘਰੇਲੂ ਬਿਜਲੀ ਦੇ ਡਿਫਾਲਟਰ ਨੇ, ਜਿਹੜੇ ਕਿ 48.33% ਬਣਦੇ ਆ। ਲੰਬੀ 'ਚ 11,271 ਘਰੇਲੂ ਕਨੈਕਸ਼ਨ ਤੋਂ 5606 ਡਿਫਾਲਟਰ ਨੇ, ਜਿਹੜੇ ਕਿ 49.73% ਬਣਦੇ ਆ। ਬਾਦਲ ਦੇ 8526 ਕਨੈਕਸ਼ਨਾਂ ਚੋਂ 4269 ਡਿਫਾਲਟਰ ਨੇ, ਜਿਨ੍ਹਾਂ ਦੀ ਦਰ ਜਿਹੜੀ 50% ਬਣਦੀ ਆ। ਇਹਨਾਂ ਵੱਲ ਪੌਣੇ 6 ਕਰੋੜ ਰੁਪਈਏ ਬਕਾਇਆ। ਹਲਕਾ ਲੰਬੀ ਦੇ ਵਿੱਚ ਪੈਂਦੇ ਉਪ ਮੰਡਲ ਡੱਬਵਾਲੀ ਦੇ ਕੁੱਲ 11,024 ਜਿਹੜੇ ਘਰੇਲੂ ਖਪਤਕਾਰਾਂ ਚੋਂ 5,122 ਜਿਹੜੇ ਨੇ ਉਹ ਡਿਫਾਲਟਰ ਨੇ, ਉਹ 45.55% ਬਣਦੇ ਆ। 1 ਅਪ੍ਰੈਲ 12 ਤੋਂ ਹੁਣ ਤੱਕ ਡੱਬਵਾਲੀ ਉਪ ਮੰਡਲ ਦੇ ਜਿਹੜੇ ਜੀ ਸਿਰਫ 452 ਕਨੈਕਸ਼ਨ ਕੱਟੇ ਗਏ ਸੀ, ਜਦੋਂ ਕਿ 3826 ਪ੍ਰਕਿਰਿਆ ਅਧੀਨ ਨੇ। ਦੂਜੇ ਬੰਨੇ ਲੰਬੀ ਨੇੜਲੇ ਉਪ ਮੰਡਲ ਮਲੋਟ ਦੇ ਵਿੱਚ ਘਰੇਲੂ ਬਿਜਲੀ ਦੇ ਸਿਰਫ 17% ਡਿਫਾਲਟਰ ਨੇ ਤੇ ਉਪ ਮੰਡਲ ਖੂਹੀਆਂ ਸਰਵਰ ਦੇ ਵਿੱਚ ਸਿਰਫ 2.6% ਡਿਫਾਲਟਰ ਨੇ। ਪਾਵਰਕੌਮ ਦੇ ਵੰਡ ਘਾਟੇ ਦੇ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਦੇ ਤੇ ਬਿਜਲੀ ਚੋਰੀ ਸ਼ਾਮਲ ਹੁੰਦੀ ਆ, ਇਹਦੇ ਵਿੱਚ ਵੀ ਹਲਕਾ ਲੰਬੀ ਜਿਹੜਾ ਜੀ ਉਹ ਮੋਹਰੀ ਆ। ਜਿਹੜੇ PSPCL ਵਾਲੇ ਨੇ ਜੀ ਉਹ ਕਹਿੰਦੇ ਆ ਕੋਸ਼ਿਸ਼ ਕਰ ਰਹੇ ਆ ਜੀ ਡਿਫਾਲਟਰਾਂ ਦੇ ਖਿਲਾਫ ਮੁਹਿੰਮ ਚਲਾ ਕੇ ਤੇ ਛੇਤੀ ਅਸੀਂ ਇਹਨਾਂ ਤੋਂ ਜੁਰਮਾਨੇ ਜਿਹੜੇ ਆ ਜੀ ਉਹ ਵਸੂਲ ਕਰਾਂਗੇ। ਕਦੋਂ ਇਹ ਨਹੀਂ ਪਤਾ, ਸ਼ਾਇਦ ਹੋ ਸਕਦਾ ਜੀ ਸਰਕਾਰ ਬਦਲ ਜਾਵੇ ਤੇ ਬਾਅਦ ਦੇ ਵਿੱਚ ਇਹ ਜੁਰਮਾਨੇ ਵਸੂਲ ਕਰਨੇ ਸੌਖੇ ਰਹਿਣ। ਹਾਲ ਦੀ ਘੜੀ ਤਾਂ ਬੜੇ ਔਖਾ ਜੀ। ਬਿਲਕੁਲ ਜੀ, ਹਜੇ ਤਾਂ ਨਹੀਂ ਹੁੰਦੇ। ਤਾਂ ਕਿ ਆਪਾਂ ਡਾਂਸਰ ਕੁਲਵਿੰਦਰ ਕੌਰ ਦੀ ਗੱਲ ਕਰੀਏ ਕਿ ਪਰਿਵਾਰ ਨੇ ਕੋਈ ਪ੍ਰਤੀਕਰਮ ਦਿੱਤਾ। ਐਕਚੁਅਲੀ ਜੀ ਇਹ ਮਾਮਲਾ ਬੜਾ ਪੇਚੀਦਾ ਹਾਲ ਦੀ ਘੜੀ ਜਿਹੜਾ ਜੀ ਉਹ ਬਣਿਆ ਹੋਇਆ। ਅਜੇ ਜਿਹੜੀ ਇਹਦੇ ਡਾਂਸਰ ਕੁਲਵਿੰਦਰ ਕੌਰ ਸੀਗੀ, ਜਿਹਦੇ ਹਸਬੈਂਡ ਦੀ ਪਿਛਲੇ ਦਿਨੀ ਭੇਤ ਭਰੇ ਹਾਲਾਤ ਦੇ ਵਿੱਚ ਮੌਤ ਹੋ ਗਈ ਸੀਗੀ। ਜਿਹੜਾ ਇਹ ਵਿਅਕਤੀ ਸੀਗਾ ਜੀ ਕੁਲਵਿੰਦਰ ਕੌਰ ਦਾ ਹਸਬੈਂਡ, ਉਹਦੇ ਹਰਜਿੰਦਰ ਸਿੰਘ, ਉਹਦੇ ਮਾਂ ਪਿਓ ਨੇ ਦੋਸ਼ ਲਾਇਆ ਸੀਗਾ ਕਿ ਉਹਦੇ ਸਹੁਰੇ ਪਰਿਵਾਰ ਨੇ ਉਹਨੂੰ ਮਾਰ ਦਿੱਤਾ। ਕੁਲਵਿੰਦਰ ਕੌਰ ਦਾ ਜਿਹੜਾ ਜੀ ਪਤੀ ਸੀ ਹਰਜਿੰਦਰ ਸਿੰਘ, ਉਹਦੇ ਮਾਂ ਪਿਓ ਦਾ ਇਹ ਕਹਿਣਾ ਸੀਗਾ ਕਿ ਕੁਲਵਿੰਦਰ ਕੌਰ ਦੀ ਮੌਤ ਦੇ ਮਾਮਲੇ ਦੇ ਵਿੱਚ ਉਹਦਾ ਜਿਹੜਾ ਪਰਿਵਾਰ ਹੈ ਉਹ ਸਮਝੌਤਾ ਕਰਨਾ ਚਾਹੁੰਦਾ ਪੈਸੇ ਲੈ ਕੇ, ਤੇ ਹਰਜਿੰਦਰ ਸਿੰਘ ਸਮਝੌਤਾ ਹੋਣ ਨਹੀਂ ਸੀ ਦਿੰਦਾ। ਇਸ ਕਰਕੇ ਹਰਜਿੰਦਰ ਸਿੰਘ ਨੂੰ ਜਿਹੜਾ ਜੀ ਉਹ ਸਾਈਡ ਲਾਈਨ ਕਰਨ ਦੇ ਵਾਸਤੇ ਉਹਦਾ ਕਤਲ ਕੀਤਾ ਗਿਆ।
ਪੁਲਿਸ ਨੇ ਹਾਲ ਦੀ ਘੜੀ ਤਾਂ ਜਿਹੜਾ ਜੀ ਬੇਸ਼ੱਕ ਮਾਮਲਾ ਇਹ 174 ਦੇ ਤਹਿਤ ਹੀ ਕਾਰਵਾਈ ਕਰਕੇ ਜਿਹੜਾ ਦੀ ਲਾਸ਼ ਦੇ ਦਿੱਤੀ ਸੀਗੀ ਪੋਸਟਮਾਰਟਮ ਕਰਕੇ। ਪੋਸਟਮਾਰਟਮ ਦੀ ਜਿਹੜੀ ਹੈ ਜੀ ਉਹ ਰਿਪੋਰਟ ਅਜੇ ਆਉਣੀ ਜਿਹੜੀ ਬਾਕੀ ਹੈ, ਜਿਹਦੇ ਕਰਕੇ ਮੌਤ ਦੇ ਕਾਰਨਾਂ ਦਾ ਅੱਗੋਂ ਜਿਹੜਾ ਜੀ ਉਹ ਪਤਾ ਲੱਗ ਸਕੂਗਾ। ਹੁਣ ਜਿਹੜਾ ਇਹ ਹਰਜਿੰਦਰ ਸਿੰਘ ਹੈ ਜੀ, ਇਹਦਾ ਜਿਹੜਾ ਸਹੁਰਾ ਪਰਿਵਾਰ ਹੈ, ਕੁਲਵਿੰਦਰ ਕੌਰ ਦਾ ਜਿਹੜਾ ਪਰਿਵਾਰ ਹੈ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਜਿਹੜਾ ਜੀ ਉਹ ਦੱਸਿਆ। ਉਹਨਾਂ ਨੇ ਜਿਹੜੀਆਂ ਉਹਦੇ ਮੈਡੀਕਲ ਰਿਪੋਰਟ ਨੇ ਉਹ ਪ੍ਰੈਸ ਦੇ ਨਾਲ ਸਾਂਝੀਆਂ ਕੀਤੀਆਂ ਨੇ, ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜਾ ਹਰਜਿੰਦਰ ਸਿੰਘ ਸੀਗਾ ਉਹ TB ਦਾ ਮਰੀਜ਼ ਸੀਗਾ ਤੇ ਉਹਦਾ ਇਲਾਜ ਚੱਲ ਰਿਹਾ ਸੀਗਾ। ਇਹ ਕਹਿੰਦੇ ਕਿ ਉਹ TB ਦੀਆਂ ਦਵਾਈਆਂ ਖਾਂਦਾ ਸੀਗਾ ਤੇ ਅਚਾਨਕ ਉਹਦੀ ਸਿਹਤ ਖਰਾਬ ਹੋ ਗਈ। ਜਦੋਂ ਉਹ ਹਸਪੀਟਲ ਲੈ ਕੇ ਗਏ ਨੇ ਤੇ ਉੱਥੇ ਜਿਹੜੀ ਹੈ ਜੀ ਉਹਦੀ ਮੌਤ ਹੋ ਗਈ। ਹੁਣ ਸਾਰੀ ਨਿਗਾਹ ਜਿਹੜੀ ਹੈ ਜੀ ਉਹ ਟਿਕੀ ਰਹੂਗੀ ਇਸ ਚੀਜ਼ ਦੇ ਉੱਤੇ ਕਿ ਜਿਹੜੀ ਕੁਲਵਿੰਦਰ ਕੌਰ ਦੇ ਹਸਬੈਂਡ ਦੇ ਹਰਜਿੰਦਰ ਸਿੰਘ ਦੀ ਜਿਹੜੀ ਰਿਪੋਰਟ ਹੈ ਉਹ ਕੀ ਕਹਿੰਦੀ ਹੈ ਜੀ ਪੋਸਟਮਾਰਟਮ ਦੀ, ਉਹਦੇ ਉੱਤੇ ਨਿਗਾਹ ਲੱਗੀ ਰਹੂਗੀ। ਹਾਂ, ਇੰਨਾ ਜ਼ਰੂਰ ਹੈ ਜੀ, ਇਹ ਪਤਾ ਨਹੀਂ ਰਿਐਲਿਟੀ ਜਿਹੜੀ ਸਾਹਮਣੇ ਆ ਸਕੇ ਜਾਂ ਨਾ, ਕਿਉਂਕਿ ਸਭ ਤੋਂ ਵੱਧ ਜਿਹੜੀ ਸ਼ੱਕ ਚੀਜ਼ ਪੈਦਾ ਕਰਦੀ ਹੈ ਨਾ ਜੀ ਉਹ ਇਹ ਆ ਕਿ ਹਰਜਿੰਦਰ ਸਿੰਘ ਚਸ਼ਮਦੀਦ ਗਵਾਹ ਸੀਗਾ ਕੁਲਵਿੰਦਰ ਕੌਰ ਦੇ ਹੋਏ ਕਤਲ ਦਾ, ਜਿਹੜੀ ਕਿ ਡਾਂਸ ਕਰਦਿਆਂ ਹੋਇਆ ਮਾਰੀ ਗਈ ਸੀ ਇੱਕ ਅਕਾਲੀ ਆਗੂ ਦੀ ਗੋਲੀ ਦੇ ਨਾਲ। ਜੀ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਮੌੜ ਕਾਂਡ ਦੀ, ਜਿੱਥੇ ਇੱਕ ਧਮਾਕਾ ਵੀ ਹੋਇਆ ਸੀਗਾ ਤੇ ਪੁਲਿਸ ਦੇ ਹੱਥ ਕੁਛ ਇੱਕ ਉਸ ਦੀਆਂ ਫੁਟੇਜ ਲੱਗੀਆਂ। ਦੇਖੋ ਇਹ ਕਿਉਂਕਿ ਚੋਣਾਂ ਤੋਂ ਐਨ ਪਹਿਲਾਂ ਹੋਏ ਇਸ ਧਮਾਕੇ ਦਾ ਬਹੁਤ ਵੱਡਾ ਜਿਹੜਾ ਜੀ ਉਹ ਜ਼ਿਕਰ ਹੋਇਆ ਸੀਗਾ ਕਿ ਇਹ ਧਮਾਕੇ ਦੇ ਪਿੱਛੇ ਕਾਰਨ ਜਿਹੜੇ ਜੀ ਉਹ ਕੀ ਨੇ। ਇਹ ਕਿਹਾ ਗਿਆ ਸੀਗਾ ਕਿ ਹਰਮਿੰਦਰ ਜੱਸੀ ਜਿਹੜਾ ਕਿ ਇੱਥੋਂ ਮੌੜ ਤੋਂ ਚੋਣ ਲੜ ਰਿਹਾ ਕਾਂਗਰਸ ਦੀ ਤਰਫੋਂ, ਡੇਰੇ ਵਾਲੇ ਦਾ ਉਹ ਨੇੜਲਾ ਰਿਸ਼ਤੇਦਾਰ ਵੀ ਆ, ਕਿ ਉਹਨੂੰ ਨਿਸ਼ਾਨਾ ਬਣਾ ਕੇ ਇਹ ਜਿਹੜਾ ਜੀ ਬੰਬ ਧਮਾਕਾ ਕੀਤਾ ਗਿਆ ਸੀ। ਪਹਿਲਾਂ ਤਾਂ ਝੱਟ ਦੇਣੀ ਇਹ ਕਹਿ ਦਿੱਤਾ ਗਿਆ ਸੀਗਾ ਜੀ ਇਹਦੇ ਪਿੱਛੇ ਆਮ ਆਦਮੀ ਪਾਰਟੀ ਦਾ ਹੱਥ ਹੈ, ਫਿਰ ਇਹ ਵੀ ਆ ਗਿਆ ਕਿ ਪਾਕਿਸਤਾਨ ਦਾ ਹੱਥ ਹੈ, ਫਿਰ ਇਹ ਵੀ ਆ ਗਈ ਖਬਰ ਕਿ RDX ਦੇ ਨਾਲ ਧਮਾਕਾ ਕੀਤਾ ਗਿਆ। ਇਹ ਕਲੀਅਰ ਹੋ ਗਿਆ ਕਿ RDX ਦੇ ਨਾਲ ਧਮਾਕਾ ਨਹੀਂ ਕੀਤਾ ਗਿਆ, ਨਾ ਕਿਸੇ ਵਿਅਕਤੀ ਦੀ ਜਿਹੜੀ ਆ ਜੀ ਉਹ ਗ੍ਰਿਫਤਾਰੀ ਹੋਈ ਆ। ਹਾਂ, ਚਰਚਾ ਦਾ ਵਿਸ਼ਾ ਜਿਹੜਾ ਜੀ ਜ਼ਰੂਰ ਬਣਿਆ ਇਹ ਕਿੰਨਾ ਕੁ ਇਫੈਕਟ ਕਰਦਾ ਵੋਟਾਂ ਦੇ ਉੱਤੇ ਇਹ ਮੇਰਾ ਖਿਆਲ ਨਤੀਜੇ ਜਿਹੜਾ ਜੀ ਅਸਲ ਦੇ ਵਿੱਚ ਦੱਸਣਗੇ। ਪਰ ਜਿਹੜਾ ਜੀ 12 ਦਿਨ ਬਾਅਦ ਪੁਲਿਸ ਜਿਹੜੀ ਆ ਅਜੇ ਤੱਕ ਦੋਸ਼ੀਆਂ ਤੱਕ ਪਹੁੰਚ ਨਹੀਂ ਸਕੀ। 3 ਜਗ੍ਹਾ ਤੋਂ ਉਹਨੂੰ ਅਹਿਮ ਫੁਟੇਜ ਜਿਹੜੀ ਆ ਜੀ ਉਹ ਜ਼ਰੂਰ ਲੱਗੀ ਆ। ਪਹਿਲੀ ਫੁਟੇਜ ਜਿਹੜੀ ਆ ਜੀ ਜਿਹੜੀ ਸਟੇਟ ਬੈਂਕ ਆਫ ਪਟਿਆਲਾ ਦਾ ਉੱਥੇ ਕੈਮਰਾ ਲੱਗਾ ਜੀ, ਉਹਦੀ ਆ ਜਿੱਥੇ ਕਿ ਕਾਰ ਲੈ ਕੇ ਕੁਝ ਜਿਹੜੇ ਲੋਕ ਆ ਰਹੇ ਆ ਤੇ ਬਾਈਕ ਜਿਹੜੇ ਸਵਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ। ਦੂਜੀ ਫੁਟੇਜ ਦੇ ਵਿੱਚ ਰੈਲੀ ਵਾਲੀ ਜਗ੍ਹਾ ਆ ਉਹਦੇ ਨੇੜੇ RK ਐਂਟਰਪ੍ਰਾਈਜ਼ਸ ਦੇ ਸਾਹਮਣੇ ਲੱਗੇ ਕੈਮਰਿਆਂ ਦੀ ਆ, ਜਿਹਦੇ ਵਿੱਚ 6 ਦੇ ਕਰੀਬ 26 ਲੋਕ ਜਿਹੜੇ ਆ ਜੀ ਉਹ ਦਿਖ ਰਹੇ ਆ। ਇਹ ਲੋਕ ਰੈਲੀ ਵਾਲੀ ਜਗ੍ਹਾ ਦੇ ਉੱਤੇ ਸ਼ਾਮ ਕੋਈ 7:20 ਤੇ ਪਹੁੰਚਦੇ ਆ। 7:36 ਤੱਕ ਇੱਥੇ ਬਹਿ ਕੇ ਰੈਲੀ ਦਾ ਮੁਆਇਨਾ ਕਰਦੇ ਆ। ਇਹਦੇ ਦੌਰਾਨ ਜਿਹੜੇ 2 ਜਾਣੇ ਨੇ ਉਹ ਆਪਸ ਦੇ ਵਿੱਚ ਗੱਲ ਕਰਦੇ ਵੀ ਜਿਹੜਾ ਜੀ ਉਹ ਦੱਸੀ ਦੇ ਨੇ। ਉੱਥੇ ਬੈਠੇ ਉਹ ਚਾਹ ਵੀ ਪੀ ਰਹੇ ਨੇ ਤੇ ਜਦੋਂ 7:40 ਦੇ ਕਰੀਬ ਜੱਸੀ ਜਿਹੜਾ ਸਟੇਜ ਦੇ ਉੱਤੇ ਪਹੁੰਚਦਾ ਤੇ ਉਦੋਂ ਇਹ ਜਿਹੜੇ ਆ ਜੀ ਗਾਇਬ ਹੋ ਜਾਂਦੇ ਆ ਇੱਥੋਂ। ਇਹਨਾਂ ਦੇ ਅੱਗੇ ਪਿੱਛੇ ਖੜੇ ਕਰੀਬ 4 ਜਿਹੜੇ ਹੋਰ ਲੋਕ ਨੇ ਉਹ ਵੀ ਉੱਥੇ ਬਾਅਦ ਦੇ ਵਿੱਚ ਜਿਹੜਾ ਜੀ ਉਹ ਦਿਸਦੇ ਨਹੀਂ, ਸ਼ਹਿਰ ਤੋਂ ਜਿਹੜਾ ਜੀ ਉਹ ਬਾਹਰ ਜਾਂਦੇ ਜਿਹੜਾ ਉਹ ਦਿਖਾਈ ਦੇ ਰਹੇ ਨੇ। ਹੁਣ ਇਹ ਜਿਹੜੀ ਵੀਡੀਓ ਫੁਟੇਜ ਆ ਇਹ ਕਿੰਨੀ ਕੰਮ ਜਿਹੜੀ ਆ ਜੀ ਉਹ ਪੁਲਿਸ ਦੇ ਆਉਂਦੀ ਆ। ਪੁਲਿਸ ਕਹਿੰਦੀ ਆ ਕਿ ਉਹਨੂੰ ਜਿਹੜੇ ਲੋਕ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਮਦਦ ਜਿਹੜੀ ਆ ਉਹ ਮਿਲੂਗੀ ਤੇ ਪੁਲਿਸ ਇਹ ਵੀ ਕਹਿੰਦੀ ਆ ਕਿ ਅਸੀਂ ਛੇਤੀ ਜਿਹੜਾ ਜੀ ਉਹ ਗ੍ਰਿਫਤਾਰ ਕਰ ਲਵਾਂਗੇ ਦੋਸ਼ੀਆਂ ਨੂੰ ਜਿਨ੍ਹਾਂ ਨੇ ਇਹ ਬੰਬ ਧਮਾਕਾ ਕੀਤਾ ਸੀਗਾ ਜੀ। ਤੇ ਅੱਗੇ ਆਪਾਂ ਵੱਡੇ ਆਪਸ਼ਨਾਂ ਦੀ ਗੱਲ ਕਰਦੇ ਹਾਂ, ਉਹ 2 ਪਾਰਟੀਆਂ ਦੇ ਆਲੇ ਦੁਆਲੇ ਚੱਕਰ ਦੇ ਰਹੇ ਨੇ। ਐਕਚੁਅਲੀ ਜੀ ਤੁਹਾਨੂੰ ਪਤਾ ਹੈ ਕਿ ਜਦੋਂ ਸਰਕਾਰਾਂ ਬਦਲਦੀਆਂ ਨੇ ਤੇ ਸਭ ਤੋਂ ਪਹਿਲਾਂ ਜਿਹੜੇ ਲੋਕ ਬਦਲਦੇ ਨੇ ਉਹ ਅਫਸਰਸ਼ਾਹੀ ਹੀ ਹੁੰਦੀ ਆ ਜੀ। ਸਭ ਤੋਂ ਪਹਿਲੀ ਖਬਰ ਆਪਾਂ ਜਿਹੜੀ ਸਾਂਝੀ ਕੀਤੀ ਆ ਜਿਹੜੀ ਗੈਂਗਸਟਰ ਨੂੰ ਫੜਨ ਵਾਲੀ, ਇਹਨੂੰ ਇਸ ਸੰਦਰਭ 'ਚ ਵੀ ਦੇਖਿਆ ਜਾ ਰਿਹਾ ਜੀ ਕਿ ਨੰਬਰ ਬਣਾਉਣ ਦੀ ਹੁਣ ਜਿਹੜੀ ਆ ਜੀ ਉਹ ਦੌੜ ਲੱਗੀ ਹੋਈ ਆ ਕਿ ਕਿਹੜਾ ਅਫਸਰ ਜਿਹੜਾ ਜੀ ਕਿੰਨੇ ਕੁ ਨੰਬਰ ਉਹ ਬਣਾਉਂਦਾ। ਪੰਜਾਬ ਪੁਲਿਸ ਦੇ ਜਿਹੜੇ ਇੰਟੈਲੀਜੈਂਸ ਵਿੰਗ ਦੇ ਅਫਸਰ ਨੇ ਜੀ ਉਹ 2 ਪਾਰਟੀਆਂ ਦੇ ਆਲੇ ਦੁਆਲੇ ਗੇੜੇ ਜਿਹੜੇ ਆ ਜੀ ਉਹ ਕੱਢ ਰਹੇ ਆ। ਫੋਨ ਕਰਕੇ ਜਿਹੜੀਆਂ ਜੀ ਐਡਵਾਂਸ ਵਧਾਈਆਂ ਵੀ ਦੇ ਰਹੇ ਆ ਤੇ ਕਿਸੇ ਨਾ ਕਿਸੇ ਨੂੰ ਪਾ ਕੇ ਦੋਨਾਂ ਪਾਰਟੀਆਂ ਦੇ ਆਗੂਆਂ ਦੇ ਨੇੜੇ ਹੋਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕਰ ਰਹੇ ਆ। ਆਮ ਆਦਮੀ ਪਾਰਟੀ ਦੇ ਆਲੇ ਦੁਆਲੇ ਜਿਹੜਾ ਜੀ ਇਹ ਗੇੜੇ ਕੱਢ ਰਹੇ ਨੇ, ਕਾਂਗਰਸ ਦੇ ਦੁਆਲੇ ਵੀ ਜਿਹੜਾ ਜੀ ਉਹ ਗੇੜੇ ਕੱਢ ਰਹੇ ਨੇ। 11 ਮਾਰਚ ਨੂੰ ਇਹਨਾਂ ਦੋਨਾਂ ਦੇ ਵਿੱਚੋਂ ਕਿਸੇ ਇੱਕ ਦੀ ਜਿਹੜੀ ਹੈ ਜੀ ਉਹ ਸਰਕਾਰ ਬਣਨੀ ਹੈ। ਇਸੇ ਕਰਕੇ ਇਹ ਇੰਟੈਲੀਜੈਂਸ
ਦੇ ਜਿਹੜੇ ਅਫਸਰ ਨੇ ਉਹ ਹੁਣ ਰਿਪੋਰਟਾਂ ਵੀ ਦੱਸ ਰਹੇ ਆ, ਰਿਪੋਰਟਾਂ ਵੀ ਦੇ ਰਹੇ ਆ ਜੀ, ਸਰ ਆਹ ਹੋਇਆ ਜੀ, ਆਹ ਹੋਇਆ, ਇੱਦਾਂ ਆਹ ਹੁੰਦਾ ਰਿਹਾ, ਇੱਦਾਂ ਹੁੰਦਾ ਰਿਹਾ, ਭਾਵ ਕਿ ਨੰਬਰ ਜਿਹੜਾ ਜੀ ਉਹ ਬਣਾਉਣ ਦੀ ਕੋਸ਼ਿਸ਼ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਪੰਜਾਬ ਦਾ ਜੋ ਕੁਝ ਹਾਲਾਤ ਜਿਹੜੇ ਜੀ ਪਿਛਲੇ ਸਮੇਂ ਦੇ ਦੌਰਾਨ ਬਣੇ, ਸਾਰੇ ਲੋਕ ਜਿਹੜਾ ਜੀ ਇਹ ਜਾਣਦੇ ਨੇ ਕਿ ਇਹਨਾਂ ਹਾਲਾਤਾਂ ਨੂੰ ਇੱਥੋਂ ਤੱਕ ਪਹੁੰਚਾਉਣ ਦੇ ਵਿੱਚ ਪੁਲਿਸ ਅਫਸਰਾਂ ਦਾ ਵੀ ਬਹੁਤ ਵੱਡਾ ਜਿਹੜਾ ਜੀ ਉਹ ਰੋਲ ਹੈ, ਜਿਹੜੇ ਕਿ ਸਿਆਸੀ ਲੋਕਾਂ ਦੇ ਹੱਥਾਂ ਦੇ ਵਿੱਚ ਖੇਡਦੇ ਰਹੇ ਔਰ ਉਹਨਾਂ ਸਿਆਸੀ ਲੋਕਾਂ ਦੇ ਕਹੇ ਦੇ ਉੱਤੇ ਜਿਹੜੇ ਪਰਚੇ ਦਰਜ ਕਰਦੇ ਰਹੇ ਤੇ ਪਰਚੇ ਦਰਜ ਰੱਦ ਵੀ ਜਿਹੜਾ ਜੀ ਉਹ ਕਰਦੇ ਰਹੇ। ਹੁਣ ਸਵਾਲ ਇਹ ਹੋਊਗਾ ਜੀ ਕਿ ਜਿਹੜੇ ਇਹ ਕੁਝ ਦਾਗੀ ਅਫਸਰ ਨੇ ਉਹਨਾਂ ਨੂੰ ਇਹ ਸਿਆਸੀ ਪਾਰਟੀਆਂ ਕਿਵੇਂ ਲੈਂਦੀਆਂ ਨੇ। ਜੇ ਤਾਂ ਉਹ ਸਾਰਾ ਕੁਝ ਭੁੱਲ ਭੁਲਾ ਕੇ ਲੈ ਲੈਂਦੀਆਂ ਨੇ ਤਾਂ ਲੋਕਾਂ ਦੇ ਵਿੱਚ ਰੋਹ ਜਿਹੜਾ ਜੀ ਉਹ ਵਧੂਗਾ। ਜੇ ਉਹਨਾਂ ਨੂੰ ਪਾਸੇ ਕਰਦੀਆਂ ਨੇ ਤਾਂ ਫਿਰ ਇਹ ਚਾਂਸ ਜਿਹੜੇ ਆ ਜੀ ਬਣ ਸਕਦੇ ਆ ਕਿ ਜਿਹੜੇ ਪਹਿਲਾਂ ਹੀ ਖੁੱਡੇ ਲਾਈਨ ਲਾਏ ਰੱਖੇ ਨੇ ਅਫਸਰ, ਜਿਹੜੇ ਕਿ ਸ਼ਾਇਦ ਜਿਹੜੀ ਚੱਲ ਰਹੀ ਸਰਕਾਰ ਆ, ਜਿਹੜੀ ਜਾ ਰਹੀ ਆ, ਉਹਦੇ ਉਹ ਚਹੇਤੇ ਬਣੇ ਹੋਏ ਸਨ, ਉਹ ਪਾਸੇ ਹੋ ਸਕਦੇ ਨੇ ਤੇ ਜਿਹੜੇ ਕੰਮ ਦੇ ਨਹੀਂ ਸਨ ਉਹਦੇ, ਜਿਹਨਾਂ ਨੂੰ ਖੁੱਡੇ ਲਾਈਨ ਲਾ ਕੇ ਰੱਖਿਆ ਸੀ, ਉਹਨਾਂ ਨੂੰ ਮੂਹਰੇ ਜਿਹੜਾ ਜੀ ਉਹ ਲਿਆਂਦਾ ਜਾ ਸਕਦਾ। ਇਹ ਬੜੀਆਂ ਅਹਿਮ ਗੱਲਾਂ ਹੋਣਗੀਆਂ ਜੀ ਨਵੀਂ ਬਣਨ ਵਾਲੀ ਸਰਕਾਰ ਦੇ ਵਾਸਤੇ ਕਿ ਉਹ ਇਸ ਪੁਆਇੰਟ ਨੂੰ ਕਿਵੇਂ ਲੈਂਦੀ ਹੈ ਜੀ। ਇਹ ਤਾਂ ਜੀ ਬਹੁਤ ਜ਼ਰੂਰੀ ਆ ਪੰਜਾਬ ਦੇ ਵਿੱਚ ਕਰਨ ਵਾਲਾ, ਨਹੀਂ ਤਾਂ ਪਿਛਲੇ 10 ਸਾਲਾਂ ਤੋਂ ਹੋਰ ਦਾ ਹੋਰ ਕੰਮ ਹੀ ਹੋ ਗਿਆ। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਬੇਚੈਨੀ ਦੇ ਚਰਚੇ ਬੜੇ ਹੋ ਰਹੇ ਨੇ। ਐਕਚੁਅਲੀ ਜੀ ਪਰੇਸ਼ਾਨੀ ਤਾਂ ਹੋਣੀ ਆ, ਪਰੇਸ਼ਾਨੀ ਤਾਂ ਜਿਹੜੀ ਆ ਜੀ ਉਹ ਦਿਸ ਰਹੀ ਆ ਕਿ ਪਰੇਸ਼ਾਨੀ ਕਿਉਂ ਆ। ਜਦੋਂ ਐਡੀਆਂ ਵੱਡੀ ਜਿਹੜੀ ਜੀ ਉਹ ਸਲਤਨਤ ਖੜੀ ਕੀਤੀ ਹੋਈ ਹੋਵੇ ਤੇ ਉਸ ਸਲਤਨਤ ਦੇ ਉੱਤੇ ਸਵਾਲੀਆ ਚਿੰਨ੍ਹ ਜਿਹੜੇ ਜੀ ਉਹ ਲੱਗ ਰਹੇ ਹੋਣ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਜਗਰਾਓਂ ਦੇ ਵਿੱਚ ਇੱਕ ਪੈਂਦਾ ਜੀ ਧਾਰਮਿਕ ਸਥਾਨ, ਉੱਥੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਉਹ ਮੱਥਾ ਟੇਕਣ ਜਿਹੜਾ ਜੀ ਉਹ ਗਏ ਸਨ ਤੇ ਉੱਥੇ ਉਹਨਾਂ ਦੀ ਬੇਚੈਨੀ ਜਿਹੜੀ ਆ ਜੀ ਉਹ ਬਿਲਕੁਲ ਸਪਸ਼ਟ ਝਲਕਦੀ ਲੋਕਾਂ ਨੇ ਜਿਹੜੀ ਆ ਜੀ ਉਹ ਦੇਖੀ ਆ। ਇਹ ਕਿਹਾ ਜਾ ਰਿਹਾ ਜੀ ਕਿ ਉਸ ਧਾਰਮਿਕ ਸਥਾਨ ਦੇ ਅੰਦਰ ਉਹ ਮੋਬਾਇਲ ਫੋਨ ਦੇ ਉੱਤੇ ਬਹੁਤ ਉੱਚੀ ਉੱਚੀ ਬੋਲ ਰਹੇ ਸਨ। ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੀ ਸੀ। ਉਹਨੇ ਜਦੋਂ ਵੇਖਿਆ ਕਿ ਮੀਡੀਆ ਵਾਲੇ ਜਿਹੜੇ ਆਏ ਹੋਏ ਨੇ ਉਹ ਨੋਟ ਕਰ ਰਹੇ ਆ ਇਸ ਸਭ ਕਾਸੇ ਨੂੰ, ਤੇ ਉਹਨਾਂ ਨੇ ਬੜੇ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਨਾਲ ਲੱਗਵੇਂ ਕਮਰੇ ਦੇ ਅੰਦਰ ਜਿਹੜਾ ਜੀ ਉਹ ਵਾੜ ਦਿੱਤਾ ਕਿ ਉਹ ਉੱਥੇ ਜਾ ਕੇ ਗੱਲ ਕਰਨ। ਪਰ ਜਿਹੜੇ ਲੋਕ ਉੱਥੇ ਮੌਜੂਦ ਸੀਗੇ, ਮੀਡੀਆ ਵਾਲੇ ਮੌਜੂਦ ਸੀ, ਉਹਨਾਂ ਨੇ ਵੀ ਦੇਖਿਆ ਜੀ ਕਿ ਕਮਰੇ ਦੇ ਅੰਦਰੋਂ ਵੀ ਆਵਾਜ਼ਾਂ ਜਿਹੜੀਆਂ ਜੀ ਉਹ ਬਹੁਤ ਉੱਚੀ ਜਿਹੜੀਆਂ ਉੱਚੀ ਉੱਚੀ ਆ ਰਹੀਆਂ ਸਨ। ਉਹ ਕਿਸੇ ਗੱਲ ਤੋਂ ਕਿਸੇ ਦੇ ਉੱਤੇ ਖਿਜੇ ਹੋਏ ਜਿਹੜਾ ਜੀ ਉਹ ਜਾਪ ਰਹੇ ਸਨ। ਉਂਝ ਵੈਸੇ ਜਿਉਂ ਚੋਣਾਂ ਜਿਹੜੀਆਂ ਜੀ ਉਹ ਹੋ ਕੇ ਹਟੀਆਂ ਨੇ, ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੋਰੀ ਤਾਂ ਆਪ ਜਿਹੜਾ ਜੀ ਡਾਇਰੈਕਟ ਅਜੇ ਤੱਕ ਮੀਡੀਆ ਦੇ ਸਾਹਮਣੇ ਨਹੀਂ ਆਏ, ਜਿਹੜੇ ਕਿ ਮੀਡੀਆ ਦੇ ਵਿੱਚ ਕੋਈ ਨਾ ਕੋਈ ਨਵੀਂ ਖਬਰ ਜਿਹੜੀ ਜੀ ਉਹ ਰੋਜ਼ ਦੇ ਜਾਂਦੇ ਹੁੰਦੇ ਸਨ। ਸੋ ਇਹਨਾਂ ਦੇ ਇਸ ਵੇਲੇ ਜਿਹੜਾ ਜੀ ਉਹਨਾਂ ਦੀ ਬੇਚੈਨੀ ਦਾ ਜਿਹੜਾ ਚਰਚਾ ਨਾ ਸਿਰਫ ਪੱਤਰਕਾਰਾਂ ਦੇ ਵਿੱਚ ਬਲਕਿ ਅਫਸਰਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਚਰਚਾ ਹੈ। ਜਿਹੜੀ ਕੱਲ ਵੀ ਆਪਾਂ ਗੱਲ ਸਾਂਝੀ ਕੀਤੀ ਸੀਗੀ ਕਿ ਜਿਹੜੇ ਦਿੱਲੀ ਦੇ ਨੇਤਾ ਨੇ ਉਹਨਾਂ ਤੋਂ ਜਿਹੜੀ ਸਿਕਿਉਰਿਟੀ ਵਾਪਸ ਲਈ ਗਈ ਆ, ਉਹਦੇ ਵਾਸਤੇ ਤਰਲੋ ਮੱਛੀ ਬੜੇ ਹੋਏ ਸੁਖਬੀਰ ਸਿੰਘ ਬਾਦਲ ਹੋਰੀ ਕਿ ਇਹ ਸਿਕਿਉਰਿਟੀ ਜਿਹੜੀ ਆ ਜੀ ਉਹ ਵਾਪਸ ਨਾ ਲਈ ਜਾਵੇ। ਪਰ ਅਫਸਰਾਂ ਨੇ ਉਹਨਾਂ ਦੀ ਇੱਕ ਵੀ ਜਿਹੜੀ ਆ ਜੀ ਉਹ ਨਹੀਂ ਸੁਣੀ। ਜਦੋਂ ਦੇਖੋ ਤੁਸੀਂ ਸੱਤਾ ਦਾ ਸੁੱਖ ਜਿਹੜਾ ਉਹ 10 ਸਾਲ ਭੋਗਿਆ ਹੋਵੇ, ਤੁਹਾਡੇ ਕਹੇ ਤੋਂ ਬਿਨਾਂ ਪੱਤਾ ਨਾ ਹਿਲਦਾ ਹੋਵੇ, ਤੇ ਫਿਰ ਇਹੋ ਜਿਹੇ ਹਾਲਾਤ ਜਦੋਂ ਬਣ ਜਾਣ ਕਿ ਇਉਂ ਲੱਗੇ ਕਿ ਨਾ ਤਾਂ ਘਰੋਂ ਨਿਕਲ ਜੋਗੇ ਰਹਿਣਾ ਤੇ ਨਾ ਜਿਹੜੀ ਸੱਤਾ ਹੱਥ ਦੇ ਵਿੱਚ ਜਿਹੜੀ ਆ ਉਹ ਰਹਿਣੀ ਆ, ਤੇ ਫਿਰ ਉਦੋਂ ਬੰਦੇ ਦੇ ਹਾਲਾਤ ਕਿਹੋ ਜਿਹੇ ਜਿਹੜਾ ਜੀ ਉਹ ਹੋ ਸਕਦੇ ਨੇ, ਇਹਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਜੀ। ਉਹਨਾਂ ਦੇ ਇਸ ਵੇਲੇ ਜਿਹੜੇ ਹਾਲਾਤ ਆ ਉਹੀ ਸਮਝ ਸਕਦੇ ਆ ਕਿ ਕਿਸ ਤਰ੍ਹਾਂ ਦੇ ਆ। ਅਖੀਰ ਵਿੱਚ ਆਜ਼ਨਾਮਾ ਕਿ 100 ਕੁ ਦਿਨਾਂ ਦੀ ਹੋਈ ਪਈ ਨੋਟਬੰਦੀ, ਹਾਲੇ ਹੋਈ ਨਾ ਸਾਫ਼ ਤਸਵੀਰ ਮੀਆਂ। 100 ਦਿਨਾਂ ਦੀ ਹੋਈ ਪਈ ਨੋਟਬੰਦੀ, ਹਾਲੇ ਹੋਈ ਨਾ ਸਾਫ਼ ਤਸਵੀਰ ਮੀਆਂ। ਮੋਦੀ ਇਸ ਦੀ ਕਰੇ ਬਈ ਸਿਫਤ ਏਦਾਂ ਜਿਵੇਂ ਇਹੀਓ ਸੀ ਗੋਲ ਅਖੀਰ ਮੀਆਂ। ਕਹਿੰਦੇ ਧਿਰ ਵਿਰੋਧੀ ਦੇ ਕਈ ਆਗੂ ਕੀਤੇ ਮੋਦੀ ਪਏ ਲੋਕ ਫਕੀਰ ਮੀਆਂ। ਮਮਤਾ ਕੋਸ ਰਹੀ ਇਸੇ ਨੂੰ ਦਿਨੇ ਰਾਤੀ, ਲਾਲੂ ਛੱਡਦਾ ਨਿੱਤ ਪਿਆ ਤੀਰ ਮੀਆਂ। ਵੱਡਾ ਲਾਲੂ ਦਾ ਆੜੀ ਬਿਹਾਰ ਦੇ ਵਿੱਚ ਕੱਢਦਾ ਵੱਖ ਨਤੀਸ਼ ਕਈ ਬੋਲ ਮੀਆਂ। ਵੱਡਾ ਲਾਲੂ ਦਾ ਆੜੀ ਬਿਹਾਰ ਦੇ ਵਿੱਚ ਕੱਢਦਾ ਵੱਖ ਨਤੀਸ਼ ਕਈ ਬੋਲ ਮੀਆਂ। ਕਹਿੰਦਾ ਰਾਸ ਆਈ ਬਾਹਲੀ ਨੋਟਬੰਦੀ, ਸਫ ਚੋਰਾਂ ਦੀ ਹੋਈ ਪਈ ਗੋਲ ਮੀਆਂ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ।
ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਕਿ ਪੰਜਾਬ ਦੇ ਵਿੱਚ ਜਾਂ ਇੱਧਰ ਉੱਧਰ ਕੀ ਕੁਛ ਹੋ ਰਿਹਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ।